जब जे स्टूडेंट्स ने मिसप्रजेंट किया ਜਾਂ ਕਿਸੇ ਵੀ ਤਰੀਕੇ ਨਾਲ ਧੋਖਾਧੜੀ ਕੀਤੀ ਹੈ ਤਾਂ ਉਹ ਇਹਨਾਂ ਨੂੰ ਇੱਥੇ ਰਹਿੰਦੇ ਹੋਏ ਇਹਨਾਂ ਦੇ ਉੱਪਰ ਫਰਾਡ ਚਾਰਜਿਸ ਕਿਉਂ ਨਹੀਂ ਲਾਉਂਦੇ ਕ੍ਰਿਮੀਨਲ ਕੋਡ ਦੇ ਅਧੀਨ ਕਿਉਂਕਿ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਵੀ ਜਿਹੜੇ ਵੀ ਸਟੂਡੈਂਟਸ ਦੇ ਉੱਪਰ ਉਹਨਾਂ ਨੇ ਫਰਾਡ ਚਾਰਜਿਸ ਲਾਏ ਪਰਸੂਐਂਟ ਦਾ ਕ੍ਰਿਮੀਨਲ ਕੋਡ ਸਾਰੇ ਸਟੂਡੈਂਟਸ ਨੇ ਬਾਇਜ਼ਤ ਬਰੀ ਹੋਏ 1000 ਸਟੂਡੈਂਟ ਚੋਂ ਕਿਸੇ ਨੇ ਇੱਕ ਅੱਧੇ ਨੇ ਜਾਂ 2-4 ਨੇ ਜਾਂ 5-6 ਨੇ ਕੋਈ ਗਲਤ ਗੱਲ ਕੀਤੀ ਵੀ ਹੈ ਆਪਾਂ ਸਾਰਿਆਂ ਨੂੰ ਇੱਕੋ ਹੀ ਨਜ਼ਰ ਨਾਲ ਰੱਖ ਕੇ ਉਹਨਾਂ ਨੂੰ ਇਸ ਪ੍ਰੋਸੈਸ ਦੇ ਥਰੂ ਜਾਣ ਲਈ ਮਜਬੂਰ ਨਹੀਂ ਕਰ ਸਕਦੇ ਸੋ ਜੇ ਸਰਕਾਰ ਚਾਹਵੇ ਤਾਂ ਇਹਨਾਂ ਨੂੰ ਐਮਨੈਸਟੀ ਹਿਊਮੈਨਿਟੇਰੀਅਨ ਦੇ ਤੌਰ 'ਤੇ ਇਹਨਾਂ ਸਾਰਿਆਂ ਨੂੰ ਮਾਫ ਕਰ ਸਕਦੀ ਹੈ ਤੁਸੀਂ ਸ਼ਮੀਲ ਜੀ ਝਾਤੀ ਮਾਰ ਕੇ ਦੇਖ ਲਓ ਕੋਸਟ ਟੂ ਕੋਸਟ ਵੈਂਕੂਵਰ ਐਡਮਿੰਟਨ ਕੈਲਗਰੀ ਟੋਰਾਂਟੋ ਬਰੈਂਪਟਨ ਜਿੱਥੇ ਮਰਜ਼ੀ ਝਾਤੀ ਮਾਰ ਕੇ ਦੇਖ ਲਓ ਤੁਹਾਨੂੰ ਹਰ ਇੱਕ ਮੋੜ 'ਤੇ ਹਰ ਇੱਕ ਇੰਟਰਸੈਕਸ਼ਨ 'ਤੇ ਇੰਟਰਨੈਸ਼ਨਲ ਸਟੂਡੈਂਟ ਦਿਖਣਗੇ ਔਨ ਦਾ ਸੇਮ ਟੋਕਨ ਮੇਰਾ ਖਿਆਲ ਆ ਕਿ ਸਰਕਾਰ ਓਪਨਲੀ ਇਹ ਕਦੇ ਨਹੀਂ ਮੰਨੂਗੀ ਪਰ ਬਾਏ ਦਾ ਐਂਡ ਆਫ ਦਾ ਡੇ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਹਾਂ ਇਹਨਾਂ ਸਾਰਿਆਂ ਨੂੰ ਐਮਨੈਸਟੀ ਆਫਰ ਕਰਨੀ ਪੈਣੀ ਆ ਉਸ ਤੋਂ ਬਗੈਰ ਕੋਈ ਚਾਰਾ ਹੀ ਨਹੀਂ ਸੋ ਤੁਹਾਡੇ ਕਹਿਣ ਦਾ ਮਤਲਬ ਵੀ ਇਹ ਇੱਥੇ ਜਾਣ ਵਾਲਾ ਕੋਈ ਨਹੀਂ ਇਹ ਸਾਰੇ ਮਸਲੇ ਨੇ ਜੇ ਥੋੜ੍ਹਾ ਜਿਹਾ ਲਮਕਾ ਕੇ ਇਹ ਇੱਥੇ ਹੀ ਸੈਟਲ ਹੋ ਜਾਣੇ ਨੇ ਥੈਂਕ ਯੂ 9:06 ਹੋ ਗਏ ਨੇ ਜੀ ਅਤੇ ਗੁੱਡ ਮਾਰਨਿੰਗ ਟੋਰਾਂਟੋ ਤੁਸੀਂ ਸੁਣ ਰਹੇ ਹੋ ਅਤੇ ਹੁਣ ਅਸੀਂ ਗੱਲਬਾਤ ਕਰਾਂਗੇ ਜੋ ਇਸ ਵੇਲੇ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟਸ ਕੁਛ ਜਿਨ੍ਹਾਂ ਨੂੰ ਡਿਪੋਰਟ ਕਰਨ ਦੀ ਗੱਲ ਚੱਲ ਰਹੀ ਹੈ ਅਤੇ ਇਸ ਨੂੰ ਲੈ ਕੇ ਉਹ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਸਾਹਮਣੇ ਕੀ ਆਪਸ਼ਨਸ ਨੇ ਇਸ ਵੇਲੇ ਕਾਨੂੰਨ ਦੇ ਪੱਖ ਤੋਂ ਜੋ ਜਿਹੜਾ ਲੀਗਲ ਆਪਸ਼ਨਸ ਕੀ ਨੇ ਲੀਗਲ ਰਸਤੇ ਕੀ ਨੇ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਬ੍ਰਿਜਮੋਹਨ ਜੀ ਨੇ ਜਾਣੇ ਪਛਾਣੇ ਲਾਇਰ ਨੇ ਇੱਕ ਲੀਗਲ ਕਾਮੈਂਟੇਟਰ ਨੇ ਬ੍ਰਿਜਮੋਹਨ ਜੀ ਬਹੁਤ ਬਹੁਤ ਸ਼ੁਕਰੀਆ ਗੁੱਡ ਮਾਰਨਿੰਗ ਸ਼ਮੀਲ ਅਤੇ ਇਸ ਵੇਲੇ ਜਿਹੜੇ ਸਟੂਡੈਂਟ ਦੇ ਕੇਸ ਨੇ ਨੰਬਰਸ ਐਗਜ਼ੈਕਟ ਨੰਬਰ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਇਹਨਾਂ ਦੇ ਸਾਹਮਣੇ ਤੁਸੀਂ ਮੋਟੇ ਜਿਹੇ ਤੌਰ ਦੇ ਉੱਤੇ ਸਾਰੇ ਇਹ ਜੋ ਮਾਮਲਾ ਇਸ ਨੂੰ ਦੇਖਿਆ ਅੰਡਰਸਟੈਂਡ ਕੀਤਾ ਜ਼ਿਆਦਾਤਰ ਮੇਨ ਆਰਗੂਮੈਂਟ ਫੇਕ ਲੈਟਰਸ ਦੀ ਹੈ ਅਤੇ ਇਸ ਵੇਲੇ ਇਹਨਾਂ ਦੇ ਸਾਹਮਣੇ ਕਾਨੂੰਨ ਦੇ ਪੱਖ ਤੋਂ ਤੁਸੀਂ ਕੀ ਸਮਝਦੇ ਹੋ ਕੀ ਆਪਸ਼ਨਸ ਨੇ ਜਿਹੜੀ ਪੋਲੀਟੀਕਲ ਲੈਵਲ 'ਤੇ ਰਸਤਾ ਉਹਦੀ ਆਪਾਂ ਬਾਅਦ 'ਚ ਗੱਲ ਕਰਾਂਗੇ ਲੀਗਲ ਵਿੱਚ ਇਹਨਾਂ ਕੋਲ ਕੀ ਆਪਸ਼ਨਸ ਨੇ ਇਸ ਵੇਲੇ ਡੈਫੀਨਿਟਲੀ ਸ਼ਮੀਲ ਜੀ ਅਸੀਂ ਦੁਨੀਆ ਵਿੱਚ ਸਾਰੇ ਸੰਸਾਰ ਬੇਇਨਸਾਫੀ ਹੁੰਦੀ ਦੇਖੀ ਹੈ ਪਰ ਜਦ ਕੈਨੇਡਾ ਵਿੱਚ ਇਹੋ ਜਿਹੀ ਗੱਲਬਾਤ ਹੁੰਦੀ ਹੈ ਕਾਫੀ ਦੁੱਖ ਹੁੰਦੀ ਹੈ ਕਿਉਂਕਿ ਆਪਣਾ ਕੈਨੇਡਾ ਦਾ ਜਿਹੜਾ ਹੈਗਾ ਕਮਿਊਨਿਟੀ ਆਪਣੀ ਸੁਸਾਇਟੀ ਭਾਈਚਾਰਾ ਰੂਲ ਆਫ ਲਾਅ ਦੇ ਉੱਪਰ ਨਿਰਭਰ ਕਰਦਾ ਜੀ ਸੈਂਕੜੇ ਵਿਦਿਆਰਥੀ ਜੋ ਸਾਰੀਆਂ ਉਮੀਦਾਂ ਅਤੇ ਸੁਪਨੇ ਲੈ ਕੇ ਕੈਨੇਡਾ ਵਿੱਚ ਆਏ ਉਹਨਾਂ ਨੇ ਆਪਣੇ ਪੇਰੈਂਟਸ ਦੇ ਨਾਲ ਨਾਲ ਬਹੁਤ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਦੀ ਸਜ਼ਾ ਦਿੱਤੀ ਜਾ ਰਹੀ ਹੈ ਸ਼ਰਮਿੰਦਗੀ ਵਾਲੀ ਗੱਲ ਹੈ ਕਿ ਟਰੂਡੋ ਸਰਕਾਰ ਇਹਨਾਂ ਵਿਦਿਆਰਥੀਆਂ ਨਾਲ ਕੀ ਕਰ ਰਹੀ ਹੈ ਜਦ ਆਪਾਂ ਗੱਲਬਾਤ ਕਾਨੂੰਨ ਦੀ ਕਰੀ ਹੈ ਜੀ ਸ਼ਮੀਲ ਜੀ ਮੈਂ ਨਾ ਕੱਲ੍ਹ ਇਸ ਬਾਰੇ ਸੋਚਦਾ ਸੀ ਇਨ ਡੈਪਥ ਵੀ ਹੋ ਕੀ ਰਿਹਾ ਜੀ ਜਦ ਆਪਾਂ ਧੋਖਾਧੜੀ ਫਰਾਡ ਦੀ ਗੱਲਬਾਤ ਕਰਦੇ ਹਾਂ ਫਰਾਡ ਦਾ ਮਤਲਬ ਹੈ ਵੀ ਸੋਚ ਸਮਝ ਕੇ ਯੋਜਨਾ ਬਣਾ ਕੇ ਇਰਾਦੇ ਨਾਲ ਠੱਗੀ ਠੋਰੀ ਕਰਨੀ ਜਾਂ ਝੂਠ ਦੇ ਤਰੀਕਿਆਂ ਨਾਲ ਕੋਈ ਹੇਰਾਫੇਰੀ ਕਰਨ ਨੂੰ ਫਰਾਡ ਦੀ ਪਰਿਭਾਸ਼ਾ ਦੇ ਅਧੀਨ ਆ ਜਾਂਦਾ ਹੈ ਹਾਂਜੀ ਸਰਕਾਰ ਮੈਂ ਸਿਰਫ ਇੱਕੋ ਹੀ ਚੀਜ਼ ਪੁੱਛਣੀ ਚਾਹੁੰਦਾ ਕਿ ਵੀ ਜੇ ਉਹਨਾਂ ਨੂੰ ਲੱਗਦਾ ਕਿ ਵੀ ਇਹ ਸਟੂਡੈਂਟਸ ਨੇ ਫਰਾਡ ਕੀਤਾ ਮਿਸਰੈਪ੍ਰੈਜ਼ੈਂਟੇਸ਼ਨ ਦੈਟਸ ਆਲਸੋ ਪਾਰਟ ਆਫ ਫਰਾਡ ਜੀ ਹਾਂਜੀ ਜਦ ਜੇ ਸਟੂਡੈਂਟਸ ਨੇ ਮਿਸਰੈਪ੍ਰੈਜ਼ੈਂਟ ਕੀਤਾ ਜਾਂ ਕਿਸੇ ਵੀ ਤਰੀਕੇ ਨਾਲ ਧੋਖਾਧੜੀ ਕੀਤੀ ਹੈ ਤਾਂ ਉਹ ਇਹਨਾਂ ਨੂੰ ਇੱਥੇ ਰਹਿੰਦੇ ਹੋਏ ਇਹਨਾਂ ਦੇ ਉੱਪਰ ਫਰਾਡ ਚਾਰਜਿਸ ਕਿਉਂ ਨਹੀਂ ਲਾਉਂਦੇ ਕ੍ਰਿਮੀਨਲ ਕੋਡ ਦੇ ਅਧੀਨ ਕਿਉਂਕਿ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਵੀ ਜਿਹੜੇ ਵੀ ਸਟੂਡੈਂਟਸ ਦੇ ਉੱਪਰ ਉਹਨਾਂ ਨੇ ਫਰਾਡ ਚਾਰਜਿਸ ਲਾਏ ਪਰਸੂਐਂਟ ਦਾ ਕ੍ਰਿਮੀਨਲ ਕੋਡ ਸਾਰੇ ਸਟੂਡੈਂਟਸ ਨੇ ਬਾਇਜ਼ਤ ਬਰੀ ਹੋ ਜਾਣਾ ਕਿਉਂਕਿ ਉਹਨਾਂ ਨੇ ਸੈਟਿਸਫਾਈ ਨਹੀਂ ਕਰ ਸਕਣਾ ਕਿ ਵੀ ਇਹਨਾਂ ਨੂੰ ਪਤਾ ਸੀਗਾ ਜਾਂ ਇਹਨਾਂ ਨੇ ਸੋਚ ਸਮਝ ਕੇ ਧੋਖਾਧੜੀ ਕੀਤੀ ਹੈ ਅਗਰ ਕਿਸੇ ਨਾਲ ਅਣਜਾਣੇ 'ਚ ਧੋਖਾਧੜੀ ਹੋ ਜਾਂਦੀ ਹੈ ਯੂ ਕੈਨ ਪੀਨਲਾਈਜ਼ ਦੈਮ ਜੀ ਸਾਰੇ ਸਟੂਡੈਂਟਸ ਦਾਅਵਾ ਕਰਦੇ ਕਿ ਉਹਨਾਂ ਨੂੰ ਇੰਡੀਆ ਵਿੱਚ ਬੇਈਮਾਨ ਜਿਹੜੇ ਸਿੱਖਿਆ ਸਲਾਹਕਾਰ ਸੀਗੇ ਕੰਸਲਟੈਂਟ ਸੀ ਦੁਆਰਾ ਧੋਖਾ ਦਿੱਤਾ ਗਿਆ ਸੀ ਅਤੇ ਉਹ ਇਸ ਗੱਲ ਤੋਂ ਅਣਜਾਣ ਸਨ ਕਿ ਉਹਨਾਂ ਨੂੰ ਦਿੱਤੇ ਗਏ ਐਡਮਿਸ਼ਨ ਡਾਕੂਮੈਂਟ ਵਿੱਚ ਖੋਟ ਹੈ ਜੀ ਕੋਈ ਸੋ ਗੋਇੰਗ ਬੈਕ ਟੂ ਯਰ ਕੁਐਸਚਨ ਕੀ ਇਹ ਕਰ ਸਕਦੇ ਹੈ ਜਦ ਦੋਨੋਂ ਹੱਥਾਂ ਨਾਲ ਤਾੜੀ ਵੱਜਦੀ ਹੈ ਜੀ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਬਣਦੀ ਸੀ ਕਿ ਬਿਫੋਰ ਦੇ ਇਸ਼ੂ ਦਾ ਵੀਜ਼ਾ ਇਹਨਾਂ ਨੂੰ ਆਪਣੀ ਡਿਊ ਡਿਲੀਜੈਂਸ ਕਰਨੀ ਚਾਹੀਦੀ ਸੀਗੀ ਜੇ ਉਹਦੇ ਵਿੱਚ ਇਹਨਾਂ ਨੇ ਕੋਈ ਕਮੀ ਛੱਡੀ ਹੈ ਤਾਂ ਉਹਦੇ ਨਾਲ ਤੁਸੀਂ ਦੂਜੀ ਪਾਰਟੀ ਨੂੰ
ਜਾਂ ਸਟੂਡੈਂਟਸ ਨੂੰ ਤੁਸੀਂ ਪੀਨਲਾਈਜ਼ ਨਹੀਂ ਕਰ ਸਕਦੇ। ਅਤੇ ਨਾਲ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਬੈਨੀਫਿਟ ਆਫ ਡਾਊਟ ਹੈ ਉਹ ਸਟੂਡੈਂਟਸ ਨੂੰ ਮਿਲਣਾ ਚਾਹੀਦਾ। ਨਾਲੇ ਯਾਰ ਸਾਰਿਆਂ ਨਾਲੋਂ ਵੱਡੀ ਗੱਲ, ਲੈਟਸ ਟਾਕ ਰੀਅਲੀ, ਹੈ ਨਾ, ਅੱਜ ਤੋਂ 3 ਸਾਲ ਪਹਿਲਾਂ ਇਹਨਾਂ ਨੇ ਕਿਉਂ ਨਹੀਂ ਇਹ ਰੇੜਕਾ ਛੇੜਿਆ ਜਦ ਕਿ ਸਖਤ ਲੋੜ ਸੀਗੀ ਕੋਵਿਡ ਦੇ ਦੌਰਾਨ, ਜਦ ਕੋਈ ਆਪਣੇ ਜਿਹੜੇ ਕੈਨੇਡਾ ਦੇ ਜੰਪਲ ਬੱਚੇ ਬਾਹਰ ਨਹੀਂ ਨਿਕਲਦੇ ਸੀਗੇ, ਉਸ ਵੇਲੇ ਇਹਨਾਂ ਨੇ ਕਿੱਡਾ ਵਧੀਆ ਰੋਲ ਨਿਭਾਇਆ ਕੈਨੇਡੀਅਨ ਕਮਿਊਨਿਟੀ ਨੂੰ, ਕੈਨੇਡੀਅਨ ਸੁਸਾਇਟੀ ਨੂੰ, ਕੈਨੇਡੀਅਨ ਇਕੋਨਮੀ ਨੂੰ ਚੱਲਦਾ ਰੱਖਿਆ। ਹੁਣ ਇੱਕਦਮ ਇਹ ਸਾਰੀਆਂ ਗੱਲਾਂ ਬਾਤਾਂ ਕਿਉਂ ਆਈਆਂ? ਵਿਦਿਆਰਥੀਆਂ ਨੂੰ ਜੇ ਆਪਾਂ ਇਹਨਾਂ ਦੀ ਗੱਲਬਾਤ ਸੁਣੀਏ, ਇਹਨਾਂ ਨੂੰ ਇਸ ਮੁੱਦੇ ਬਾਰੇ ਉਦੋਂ ਪਤਾ ਲੱਗਾ ਜਦੋਂ ਇਹਨਾਂ ਨੇ ਆਪਣੇ ਕੋਰਸ ਵਗੈਰਾ ਖਤਮ ਕਰ ਲਏ, ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਐਪਲੀਕੇਸ਼ਨ ਦਿੱਤੀਆਂ। ਉਸ ਵੇਲੇ CBS ਨੇ ਇਹ ਸਾਰਾ ਮੁੱਦਾ ਚੁੱਕਿਆ ਜੀ। ਵਿਦਿਆਰਥੀਆਂ ਦੀ ਇਹ ਵੀ ਕੰਪਲੇਨ ਹੈ ਵੀ ਜਦੋਂ ਉਹਨਾਂ ਨੇ PR ਐਪਲੀਕੇਸ਼ਨ ਦੇ ਦੌਰਾਨ ਉਸ ਵੇਲੇ ਇਹਨਾਂ ਨੂੰ ਇਸ ਇਸ਼ੂ ਦਾ ਉਹਨਾਂ ਨੂੰ ਫਲੈਗ ਕੀਤਾ ਗਿਆ ਜੀ। ਜੇਕਰ ਇਹ ਸੱਚ ਹੈ ਤਾਂ ਉਹ ਵਿਦਿਆਰਥੀ ਡੈਫੀਨੇਟਲੀ ਵਿਕਟਮ ਹਨ ਅਤੇ ਉਹਨਾਂ 'ਤੇ ਤਰਸ ਕੀਤਾ ਜਾਣਾ ਚਾਹੀਦਾ, ਨਾ ਕਿ ਉਹਨਾਂ ਨੂੰ ਇਸ ਜੀ ਡਿਫਿਕਲਟ ਸਿਚੁਏਸ਼ਨ ਵਿੱਚ ਪਾਉਣਾ ਚਾਹੀਦਾ ਜੀ। ਉਹ ਆਪਾਂ ਸਾਰਿਆਂ ਨੂੰ ਪਤਾ ਸ਼ਮੀਲ ਜੀ, ਕੋਈ ਇਹਦੇ 'ਚ ਲੁਕੋ ਛੁਪੋ ਨਹੀਂ। ਬਹੁਤ ਮੁਸ਼ਕਿਲਾਂ ਨਾਲ ਬਹੁਤ ਖਰਚ ਕਰਕੇ ਆਪਣੇ ਮਾਂ ਬਾਪ ਦਾ ਉਹ ਇੱਥੇ ਪਹੁੰਚੇ ਹੈ ਅਤੇ ਹੁਣ ਉਸ ਵੇਲੇ ਆਪਾਂ ਇਹਨਾਂ ਨੂੰ ਖੁੱਲ੍ਹੀਆਂ ਬਾਹਾਂ ਕਰਕੇ ਇਹਨਾਂ ਨੂੰ ਵੈਲਕਮ ਕਰਦੇ ਸੀ, ਤਾਂ ਹੁਣ ਇਹਨਾਂ ਨੂੰ ਆਪਾਂ ਇੱਥੋਂ ਕੱਢਣ ਦੀ ਗੱਲਬਾਤ ਕਰ ਰਹੇ ਹਾਂ। ਸੋ ਹੁਣ ਐਂ ਤਾਂ ਨਹੀਂ ਕਿਤੇ ਹੋ ਰਿਹਾ ਕਿ ਹੁਣ ਆਪਾਂ ਨੂੰ ਇਹਨਾਂ ਦੀ ਲੋੜ ਨਹੀਂ ਤਾਂ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਪਰ ਇਹਦੇ 'ਚ ਇੱਕ ਆਰਗੂਮੈਂਟ ਦਿੱਤੀ ਜਾਂਦੀ ਹੈ ਜੀ, ਉਹ ਇਹ ਕਿ ਜਿਹੜੇ ਹੁਣ ਕਾਰਵਾਈ ਸ਼ੁਰੂ ਹੋਈ CBSE ਨੇ ਜਿਵੇਂ ਸ਼ੁਰੂ ਕੀਤੀ, ਕਿਤੇ ਉਹਨਾਂ ਦੇ ਕੁਛ ਨੋਟਿਸ ਆਇਆ, ਕਿਸੇ ਨੇ ਕੁਛ ਫਲੈਗ ਕੀਤਾ, ਉਹ ਤਾਂ ਹੁਣ ਜਿਹੜਾ ਕਾਨੂੰਨੀ ਸਿਸਟਮ ਉਹ ਆਪਣੇ ਆਪ ਸ਼ੁਰੂ ਹੋ ਗਿਆ ਪ੍ਰੋਸੈਸ, ਉਹ ਤਾਂ ਕੋਈ ਪੋਲੀਟੀਕਲ ਲੈਵਲ 'ਤੇ ਨਹੀਂ ਸ਼ੁਰੂ ਹੋਇਆ। ਅਤੇ ਜਦੋਂ ਹੁਣ ਉਹ ਸ਼ੁਰੂ ਹੋ ਗਿਆ ਉਹ ਫਿਰ ਆਪਣੇ ਲੌਜੀਕਲ ਕੌਨਸੀਕੁਐਂਸ 'ਤੇ ਪਹੁੰਚੇਗਾ ਜੋ ਵੀ ਲੀਗਲ ਪ੍ਰੋਸੈਸ ਹੈ। ਹੁਣ ਇਹਦੇ 'ਚ ਜਿਹੜਾ ਪੋਲੀਟੀਕਲ ਇੰਟਰਫੀਅਰੈਂਸ ਕਿਸ ਲੈਵਲ 'ਤੇ ਹੋ ਸਕਦੀ ਹੈ, ਇਹ ਇਸ਼ੂ ਹੈ। ਹਾਂਜੀ, ਜੇ ਸਰਕਾਰ ਚਾਹਵੇ ਤਾਂ ਇਹਨੂੰ ਵਿਦਨ 1 day ਇਸ ਰੇੜਕੇ ਨੂੰ ਖਤਮ ਕਰ ਸਕਦੀ ਹੈ। ਜਿਵੇਂ ਕੋਰਟ ਕਚਹਿਰੀਆਂ ਵਿੱਚ ਗੱਲਬਾਤ ਹੁੰਦੀ ਹੈ ਜੀ, ਜੱਜਿਸ ਆਮ ਕਹਿੰਦੇ ਆ ਕਿ ਵੀ ਸਾਨੂੰ ਪਤਾ ਹੈ ਕਿ ਵੀ ਇਸ ਬੰਦੇ ਨੇ ਗਲਤ ਗੱਲ ਕੀਤੀ ਹੈ, ਪਰ ਸਾਰਾ ਸੁਣਦੇ ਹੋਏ ਸਾਨੂੰ ਬੈਨੀਫਿਟ ਆਫ ਡਾਊਟ ਇਸ ਬੰਦੇ ਨੂੰ ਦੇਣਾ ਪੈਣਾ ਇਹਨੂੰ ਛੱਡ ਕੇ। ਸੋ ਜੇ ਸਪੋਜ਼ ਕਰੋ ਲੈਟਸ ਸੇ ਵੀ 1000 ਸਟੂਡੈਂਟ 'ਚੋਂ ਕਿਸੇ ਨੇ 1 ਅੱਧੇ ਨੇ ਜਾਂ 2-4 ਨੇ ਜਾਂ 5-6 ਨੇ ਕੋਈ ਗਲਤ ਗੱਲ ਕੀਤੀ ਵੀ ਹੈ, ਆਪਾਂ ਸਾਰਿਆਂ ਨੂੰ ਇੱਕੋ ਹੀ ਨਜ਼ਰ ਨਾਲ ਰੱਖ ਕੇ ਉਹਨਾਂ ਨੂੰ ਇਸ ਪ੍ਰੋਸੈਸ ਦੇ ਥਰੂ ਜਾਣ ਲਈ ਮਜਬੂਰ ਨਹੀਂ ਕਰ ਸਕਦੇ। ਸੋ ਜੇ ਸਰਕਾਰ ਚਾਹਵੇ ਤਾਂ ਇਹਨਾਂ ਨੂੰ ਐਮਨੈਸਟੀ ਹਿਊਮੈਨੀਟੇਰੀਅਨ ਦੇ ਤੌਰ 'ਤੇ ਇਹਨਾਂ ਸਾਰਿਆਂ ਨੂੰ ਮਾਫ ਕਰ ਸਕਦੀ ਹੈ ਅਤੇ ਇਹਨਾਂ ਸਾਰਿਆਂ ਨੂੰ ਪੱਕਾ ਕਰ ਸਕਦੀ ਹੈ। ਪਰ ਉਹਦੇ ਲਈ ਪੋਲੀਟੀਕਲ ਵਿਲ ਚਾਹੀਦੀ ਹੈ ਅਤੇ ਆਈ ਅੰਡਰਸਟੈਂਡ ਸਰਕਾਰ ਦੇ ਡੋਂਟ ਵਾਂਟ ਟੂ ਕ੍ਰੀਏਟ ਅ ਪ੍ਰੈਸੀਡੈਂਟ ਵੀ ਤੁਸੀਂ ਕੋਈ ਵੀ ਫੇਕ ਡਾਕੂਮੈਂਟ ਲਾ ਕੇ ਤੁਸੀਂ ਕੈਨੇਡਾ 'ਚ ਐਂਟਰ ਕਰ ਸਕਦੇ ਹੋ, PR ਲੈ ਸਕਦੇ ਹੋ, ਸਿਟੀਜ਼ਨ ਲੈ ਸਕਦੇ ਹੋ। ਆਈ ਫੁਲੀ ਅੰਡਰਸਟੈਂਡ ਦੈਟ ਕਾਨਸੈਪਟ, ਪਰ ਦੈਟ ਇਜ਼ ਨਾਟ ਦਾ ਕੇਸ ਹੇਅਰ। ਇਹਦੇ ਵਿੱਚ ਸਰਕਾਰ ਵੀ ਉਨੀ ਹੀ ਭਾਗੀਦਾਰ ਹੈ ਜਿੰਨੀ ਕੁ ਕੋਈ ਫਰਾਡਸਟਰ ਹੈ, ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਉੱਥੇ ਦਿੱਲੀ ਜਾਂ ਬੰਬੇ ਜਿੱਥੇ ਵੀ ਇਹਨਾਂ ਨੂੰ ਵੀਜ਼ਾ ਜਾਂ ਜਿਹੜੀ ਵੀ ਕੰਟਰੀ 'ਚੋਂ ਕੋਈ ਆਇਆ ਵੀ ਇਹਨਾਂ ਨੂੰ ਪ੍ਰੋਪਰਲੀ ਸਕੂਟਨਾਈਜ਼ ਕਰਨਾ। ਜੇ ਆਪਾਂ ਉਸ ਵੇਲੇ ਕੋਈ ਢਿੱਲ ਮੱਠ ਕੀਤੀ ਹੈ ਤਾਂ ਨਾਓ ਇਟਸ ਅ ਟਾਈਮ ਵੈਨ ਵੀ ਹੈਵ ਟੂ ਗਿਵ ਦਮ ਅ ਬੈਨੀਫਿਟ ਆਫ ਦ ਡਾਊਟ। ਔਰ ਸਰਕਾਰ ਕੋਲੇ ਪੂਰੀ ਤਾਕਤ ਹੈ, ਉਹ ਕਰ ਸਕਦੀ ਹੈ। ਅਤੇ ਨਾਲੇ ਲੁੱਕ ਐਟ ਦ ਪ੍ਰੈਕਟੀਕਲ ਪੁਆਇੰਟ ਆਫ ਵਿਊ ਐਜ਼ ਵੈਲ, ਮੋਸਟ ਆਫ ਦੈਮ ਦੇ ਆਰ ਪਲੇਇੰਗ ਅ ਵੈਰੀ ਗੁੱਡ ਰੋਲ ਆਪਣੀ ਕਮਿਊਨਿਟੀ ਵਿੱਚ, ਆਪਣੀ ਇਕੋਨਮੀ ਵਿੱਚ ਬਹੁਤ ਵਧੀਆ ਰੋਲ ਨਿਭਾ ਰਹੇ ਹੈ। ਸਵੇਰੇ ਸ਼ਾਮ ਕੰਮ ਕਰਦੇ ਹੈ, ਟੈਕਸ ਪੇ ਕਰਦੇ ਹੈ। ਸੋ ਲੈਟਸ ਨਾਟ ਬੀ ਕਰੂਅਲ ਟੂ ਦੈਮ, ਲੈਟਸ ਬੀ ਹਿਊਮਨ ਟੂ ਦੈਮ। ਬ੍ਰਿਜਮੋਹਨ ਜੀ, ਜਿਵੇਂ ਤੁਸੀਂ ਖੁਦ ਹੀ ਦੱਸਿਆ ਕਿ ਕੋਈ ਵੀ ਜਿਹੜੀ ਗਵਰਨਮੈਂਟ ਹੈ ਉਹ ਇਹ ਮੈਸੇਜ ਨਹੀਂ ਦੇਣਾ ਚਾਹੁੰਦੀ, ਇਹ ਇੰਪਰੈਸ਼ਨ ਨਹੀਂ ਦੇਣਾ ਚਾਹੁੰਦੀ ਕਿ ਤੁਸੀਂ ਕੋਈ ਵੀ ਗੜਬੜ ਕਰੋ ਅਤੇ ਮੁੜ ਕੇ ਤੁਹਾਨੂੰ ਸਰਕਾਰ ਨੇ ਮਾਫ ਕਰ ਦੇਣਾ ਅਤੇ ਤੁਹਾਨੂੰ ਇਹ ਤੁਸੀਂ ਨਿਕਲ ਜਾਣਾ ਬਚ ਕੇ, ਅਤੇ ਇਹ ਗਲਤ ਮੈਸੇਜ ਹੋਏਗਾ ਅਤੇ ਦੂਸਰਿਆਂ ਨੂੰ ਬਹੁਤ ਗਲਤ ਮੈਸੇਜ ਜਾਏਗਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸਾਡਾ ਇਮੀਗ੍ਰੇਸ਼ਨ ਸਿਸਟਮ ਹੈ ਬਹੁਤ ਰੱਜ ਕੇ ਅਬਿਊਜ਼ ਹੋ ਰਿਹਾ ਦੁਨੀਆ ਭਰ 'ਚ। ਸਾਡਾ ਚਾਹੇ ਰਿਫਿਊਜੀ ਪ੍ਰੋਗਰਾਮ ਦੇਖ ਲਓ, ਚਾਹੇ ਈਵਨ ਸਿੰਪਲ ਵਿਜ਼ਟਰ ਵੀਜ਼ਾ ਕਿੰਨਾ ਰਿਫਿਊਜ਼ ਹੁੰਦਾ, ਫਿਰ ਅਤੇ ਜਿਹੜੇ ਇਹ ਸਪਾਊਜ਼ਲ ਪ੍ਰੋਗਰਾਮ ਨੇ ਇਹ ਕਿੰਨੇ ਰਿਫਿਊਜ਼ ਹੁੰਦੇ ਨੇ। ਇਸ ਤੋਂ ਇਲਾਵਾ ਜਿਹੜਾ ਹੁਣ ਆਪਣਾ LMIS ਸਿਸਟਮ ਹੈ ਇਹ ਕਿੰਨਾ ਅਬਿਊਜ਼ ਹੋ ਰਿਹਾ। ਸੋ ਇਹਦੇ 'ਚ ਬਿਨਾਂ ਸ਼ੱਕ ਸਟੂਡੈਂਟ ਵੀਜ਼ਾ ਪ੍ਰੋਗਰਾਮ ਵੀ ਅਬਿਊਜ਼ ਹੋ ਰਿਹਾ, ਪਰ ਇਹਦੇ 'ਚ ਹੁਣ ਇਸ ਸਿਚੁਏਸ਼ਨ 'ਚ ਸਰਕਾਰ ਜਿਹੜੀ ਇਹ ਮੈਸੇਜ ਦੇਣਾ ਚਾਹੁੰਦੀ ਕਿ ਸ਼ਾਇਦ ਕੋਈ ਨਾ ਕੋਈ
ਮੈਸੇਜ ਇਹ ਜਾਏ ਕਿ ਜੇ ਗਲਤ ਕੰਮ ਕਰੋਗੇ ਕਿਤੇ ਨਾ ਕਿਤੇ ਫਸ ਜਾਂਦਾ। ਇਹ ਜਿਹੜਾ ਮੈਸੇਜ ਹੈ ਇਹ ਤੁਹਾਨੂੰ ਲੱਗਦਾ ਨਹੀਂ ਕਿ ਵੀ ਉਹਨਾਂ ਦਾ ਕੋਈ ਵੈਲਿਡ ਕੰਸਰਨ ਹੋ ਸਕਦਾ, ਜਾਂ ਇਹ ਗਲਤ ਇਹਨਾਂ ਨੂੰ ਇੱਕ ਕਿਸਮ ਦਾ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ? ਨਹੀਂ ਜੀ, ਸ਼ਮੀਲ ਜੀ, ਆਈ ਫੁਲੀ ਅੰਡਰਸਟੈਂਡ ਸਰਕਾਰ ਕਿਉਂ ਓਪਨਲੀ ਨਹੀਂ ਕਰਨਾ ਚਾਹੁੰਦੀ ਇਹ। ਉਹੀ ਜਿਵੇਂ ਤੁਸੀਂ ਦੱਸਿਆ ਕਿ ਵੀ ਦੇ ਡੋਂਟ ਵਾਂਟ ਟੂ ਕਨਵੇ ਅ ਮੈਸੇਜ ਟੂ ਦਾ ਹੋਲ ਵਰਲਡ ਵੀ ਤੁਸੀਂ ਜੋ ਮਰਜ਼ੀ ਧੋਖਾਧੜੀ ਹੇਰਾਫੇਰੀ ਕਰਕੇ ਕੈਨੇਡਾ ਆ ਜਾਓ ਤਾਂ ਕੈਨੇਡਾ ਤੁਹਾਨੂੰ ਹਮੇਸ਼ਾ ਵੈਲਕਮ ਕਰੂਗਾ। ਆਈ ਫੁਲੀ ਅੰਡਰਸਟੈਂਡ ਦੈਟ ਪ੍ਰੋਸੈਸ। ਪਰ ਆਪ ਸਟੂਡੈਂਟਸ ਵਾਲਾ ਚੱਕਰ ਹੈ, ਇਟਸ ਅ ਬਿਗ ਐਕਸੈਪਸ਼ਨ। ਉਹਦੀਆਂ ਐਕਸੈਪਸ਼ਨਸ ਇਹ ਹੈ ਕਿ ਵੀ ਉਹਦੇ ਵਿੱਚ ਸਰਕਾਰ ਦੀ ਢਿੱਲ ਮੱਠ ਹੋਈ ਹੈ, ਕਿਉਂਕਿ ਉਸ ਵੇਲੇ ਇਹਨਾਂ ਨੂੰ ਹੱਥਾਂ ਦੀ ਪਈ ਸੀ। ਦੇ ਵਾਂਟਡ ਦਾ ਯੰਗ ਕ੍ਰੌਪ ਟੂ ਕਮ ਹੇਅਰ, ਕਿਉਂਕਿ ਇਹਨਾਂ ਕੋਲ ਆਪਣੇ ਵਰਕਰਸ ਜਿਹੜੇ ਕਾਮੇ ਸੀਗੇ ਇਹਨਾਂ ਨੂੰ ਲੱਭ ਨਹੀਂ ਰਹੇ ਸੀ। ਐਮਪਲੋਇਰ ਤੜਫ ਰਹੇ ਸੀ ਵੀ ਸਾਡੇ ਕੋਲ ਇੰਪਲੋਈ ਨਹੀਂ ਲੱਭ ਰਹੇ। ਸੋ ਉਸ ਵੇਲੇ ਇਹਨਾਂ ਨੇ ਜਲਦਬਾਜ਼ੀ ਕੀਤੀ, ਆਪਣੀ ਡਿਊ ਡਿਲੀਜੈਂਸ ਨਹੀਂ ਕੀਤੀ। ਉਸ ਤੋਂ ਬਾਅਦ ਆਪਣਾ ਜਿਹੜਾ ਕੋਵਿਡ ਦੇ ਥਰੂ ਵੀ ਕੈਨੋਟ ਫੋਰਗੈਟ ਕਿ ਵੀ ਇਹਨਾਂ ਨੇ ਕਿੱਡਾ ਬੜਾ ਰੋਲ ਅਦਾ ਕੀਤਾ ਹੈ। ਚਾਹੇ ਇਹ ਚੰਗੇ ਹੈ ਚਾਹੇ ਮਾੜੇ ਹੈ, ਪਰ ਸਾਰਿਆਂ ਨੂੰ ਪਤਾ ਹੈ। ਤੁਸੀਂ ਸ਼ਮੀਲ ਜੀ ਝਾਤੀ ਮਾਰ ਕੇ ਦੇਖ ਲਓ, ਕੋਸਟ ਟੂ ਕੋਸਟ, ਵੈਂਕੂਵਰ, ਐਡਮਿੰਟਨ, ਕੈਲਗਰੀ, ਟੋਰਾਂਟੋ, ਬਰੈਂਪਟਨ, ਜਿੱਥੇ ਮਰਜ਼ੀ ਝਾਤੀ ਮਾਰ ਕੇ ਦੇਖ ਲਓ, ਤੁਹਾਨੂੰ ਹਰ ਇੱਕ ਮੋੜ ਤੇ ਹਰ ਇੱਕ ਇੰਟਰਸੈਕਸ਼ਨ ਤੇ ਇੰਟਰਨੈਸ਼ਨਲ ਸਟੂਡੈਂਟ ਦਿਖਣਗੇ। ਸੋ ਦੇ ਪਲੇਡ ਅ ਵੈਰੀ ਗੁੱਡ ਰੋਲ। ਹੁਣ ਦੂਜੇ ਪਾਸੇ ਹਾਊ ਡੂ ਵੀ ਜਸਟੀਫਾਈ ਵੀ ਜਿਹੜੇ ਬੰਦਿਆਂ ਨੂੰ ਇੱਥੇ ਰਹਿੰਦੇ 4-4, 5-5 ਸਾਲ ਹੋ ਗਏ, ਉਹਨਾਂ ਨਾਲ ਤੁਸੀਂ ਕਿਵੇਂ ਉਹਨਾਂ ਨੂੰ ਵਾਪਸ ਭੇਜ ਸਕਦੇ ਹੋ? ਉਹਨਾਂ ਨੂੰ ਤਾਂ ਆਪਾਂ ਅਪਰੂਟ ਕਰ ਚੁੱਕੇ ਹਾਂ। ਉਹਨਾਂ ਨੂੰ ਹਿੰਦੁਸਤਾਨ 'ਚ ਆਪਣਾ ਇੰਡੀਆ 'ਚੋਂ ਜਾਂ ਕਿਹੜੀ ਵੀ ਕੰਟਰੀ 'ਚੋਂ ਜਿਹੜੇ ਸਟੂਡੈਂਟਸ ਇੱਥੇ ਆਏ ਆ ਉਹਨਾਂ ਦਾ ਆਪਣੀ ਕੰਟਰੀ ਨਾਲ ਕਨੈਕਸ਼ਨ ਟੁੱਟ ਚੁੱਕਿਆ। ਦੇ ਹੈਵ ਟੂ ਰਿਮੈਂਬਰ ਆਲ ਦੀਸ ਥਿੰਗਸ। ਸੋ ਦੈਟਸ ਵਾਈ ਮੈਂ ਇਹ ਨਹੀਂ ਕਹਿੰਦਾ ਕਿ ਵੀ ਤੁਸੀਂ ਪ੍ਰੈਜ਼ੀਡੈਂਟ ਸੈੱਟ ਕਰੋ, ਪਰ ਨਾਲ ਦੀ ਨਾਲ ਜੋ ਹੋਇਆ ਉਹਨੂੰ ਠੀਕ ਕਰਨਾ ਸਰਕਾਰ ਦਾ ਕੰਮ ਹੈ ਜੀ। ਕਾਨੂੰਨ ਸਿਰਫ ਲੋਕਾਂ ਦੀ ਸੁਰੱਖਿਆ ਲਈ ਨਹੀਂ ਹੈ, ਸਗੋਂ ਲੋਕਾਂ ਅਤੇ ਕੇਂਦਰ ਦੀ ਸਰਕਾਰ ਵਿੱਚ ਸੰਤੁਲਨ ਲਿਆਉਣ ਬਾਰੇ ਵੀ ਹੈਗਾ ਜੀ। ਸੋ ਇਹ ਦੇ ਆਰ ਐਨ ਐਕਸੈਪਸ਼ਨ, ਕਿਉਂਕਿ ਜਿੰਨੇ ਸਟੂਡੈਂਟ ਹੁਣ ਆ ਗਏ ਹੈ ਇਹਨਾਂ ਨੂੰ ਐਮਨੈਸਟੀ ਆਫਰ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਇਸ ਕੰਡਿਆਂ ਤੋਂ ਨਾ ਘੜੀਸਿਆ ਜਾਵੇ। ਹਾਂ, ਗਾਂਹ ਵਾਸਤੇ ਸਰਕਾਰ ਨੂੰ ਦੇ ਹੈਵ ਟੂ ਟੇਕ ਸਟੈਪਸ ਤਾਂ ਕਿ ਜਿਹੜੇ ਜ਼ਿੰਮੇਵਾਰ ਗੋਸਟ ਕੰਸਲਟੈਂਟਸ ਹੈਗੇ ਆ, ਜਿਹੜਾ ਐਕਚੁਅਲੀ ਰੂਟ ਪ੍ਰੋਬਲਮ ਆ ਉਹਦੇ ਵੱਲ ਤਾਂ ਆਪਾਂ ਕੋਈ ਗੱਲਬਾਤ ਕਰ ਹੀ ਨਹੀਂ ਰਹੇ। ਇੱਥੇ ਆਪਣੇ ਕਿੰਨੇ ਫੇਕ ਕਾਲਜਿਸ ਚੱਲ ਰਹੇ ਆ ਥਰੂ ਆਊਟ ਕੈਨੇਡਾ ਜੀ। ਸ਼ਰੇਆਮ ਉਹ ਕਾਲਜਿਸ ਦਾ ਇੰਡੀਆ 'ਚ ਕਨੈਕਸ਼ਨ ਹੈ, ਉਹ ਝੂਠੇ ਕਾਗਜ਼ ਬਣਵਾਉਂਦੇ ਆ ਤਾਂ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾਵੇ। ਸੋ ਇਹ ਜਿਹੜੇ ਸਟੂਡੈਂਟਸ ਇੱਥੇ ਆ ਰਹੇ ਆ, ਆਪਾਂ ਸਮਝਣ ਦੀ ਕੋਸ਼ਿਸ਼ ਤਾਂ ਕਰੀਏ ਵੀ ਇਹ ਕਰਨ ਕੀ ਆ ਰਹੇ ਆ। ਇਹ ਸਿਰਫ ਇੱਕ ਬਿਹਤਰ ਜ਼ਿੰਦਗੀ ਦੀ ਤਲਾਸ਼ 'ਚ ਹੈ। ਲੈਟਸ ਨਾਟ ਫੋਰਗੇਟ ਦੈਟ। ਇਹ ਕੋਈ ਮੁਜਰਮ ਨਹੀਂ ਹੈ, ਇਹ ਮਿਹਨਤ ਮੁਸ਼ੱਕਤ ਕਰਨ ਵਾਲੇ ਹੈ। ਮੈਂ ਮੰਨਦਾ ਕਿ ਇਹਨਾਂ 'ਚ ਥੋੜ੍ਹੀ ਬਹੁਤੀ ਗਿਣਤੀ ਉਹਨਾਂ ਦੀ ਵੀ ਹੋਊਗੀ ਜਿਹੜੇ ਕਾਰ ਦੇ ਗੱਡੀ ਦੇ ਟਾਇਰਾਂ ਦੀਆਂ ਚੀਕਾਂ ਪਾਉਂਦੇ। ਆਈ ਅੰਡਰਸਟੈਂਡ ਹੈ ਨਾ। ਇਹਨਾਂ 'ਚ ਕੁਝ ਉਹ ਵੀ ਹੋਣਗੇ ਜਿਹੜੇ ਉੱਚਾ ਮਿਊਜ਼ਿਕ ਲਾ ਕੇ ਲੋਕਾਂ ਦੀ ਸ਼ਾਂਤੀ ਭੰਗ ਕਰਦੇ ਆ, ਪਰ ਮੋਸਟ ਆਫ ਦਾ ਟਾਈਮ ਆਈ ਵੁੱਡ ਸੇ ਮੋਰ ਦੈਨ 95 to 97% ਇਹ ਸਾਰੇ ਮਿਹਨਤ ਕਰਨ ਵਾਲੇ ਆ। ਤੇ ਕੈਨੇਡਾ ਨੂੰ ਇਹਨਾਂ ਦੀ ਸਖਤ ਲੋੜ ਹੈ ਕਿਉਂਕਿ ਆਪਣੀ ਏਜਿੰਗ ਪਾਪੂਲੇਸ਼ਨ ਹੋ ਰਹੀ ਹੈ। ਲੈਟਸ ਨਾਟ ਫੋਰਗੇਟ ਦੈਟ। ਆਪਣਾ ਜਿਹੜਾ ਬਰਥ ਰੇਟ ਆ ਉਹ ਨੈਗੇਟਿਵ 'ਚ ਜਾ ਰਿਹਾ। ਸੋ ਵੀ ਨੀਡ ਦੈਮ। ਹੁਣ ਜਿਹੜੇ ਬੰਦੇ ਆਲਰੇਡੀ ਇੱਥੇ ਆ ਗਏ, ਇੱਥੇ ਆ ਕੇ ਵੱਸ ਗਏ, ਇੱਥੇ ਦੇ ਕਲਚਰ ਨੂੰ ਸਮਝ ਗਏ, ਇੱਥੇ ਦੀ ਲੈਂਗੁਏਜ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਉਹਨਾਂ ਨੂੰ ਆਪਾਂ ਹੁਣ ਮੇਰੇ ਖਿਆਲ ਵਾਪਸ ਭੇਜਣਾ ਕੋਈ ਸਿਆਣਪ ਵਾਲੀ ਗੱਲ ਨਹੀਂ। ਪਰ ਔਨ ਦਾ ਸੇਮ ਟੋਕਨ ਮੇਰਾ ਖਿਆਲ ਆ ਕਿ ਵੀ ਸਰਕਾਰ ਓਪਨਲੀ ਇਹ ਕਦੇ ਨਹੀਂ ਮੰਨੂਗੀ, ਪਰ ਬਾਏ ਦਾ ਐਂਡ ਆਫ ਦਾ ਡੇ ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ ਹਾਂ, ਇਹਨਾਂ ਸਾਰਿਆਂ ਨੂੰ ਐਮਨੈਸਟੀ ਆਫਰ ਕਰਨੀ ਪੈਣੀ ਆ। ਉਸ ਤੋਂ ਬਗੈਰ ਕੋਈ ਚਾਰਾ ਹੀ ਨਹੀਂ ਜੀ। ਸੋ ਤੁਹਾਡੇ ਕਹਿਣ ਦਾ ਮਤਲਬ ਵੀ ਇਹ ਜਿੱਥੇ ਜਾਣ ਵਾਲਾ ਕੋਈ ਨਹੀਂ, ਇਹ ਸਾਰੇ ਮਸਲੇ ਨੇ ਜੇ ਥੋੜ੍ਹਾ ਜਿਹਾ ਲਮਕਾ ਕੇ ਇਹ ਇੱਥੇ ਹੀ ਸੈਟਲ ਹੋ ਜਾਣੇ ਨੇ। ਹਾਂਜੀ, ਇਹ ਸਾਰੇ ਇੱਥੇ ਹੀ ਸੈਟਲ ਹੋਣਗੇ। ਇਹਨਾਂ ਨੂੰ ਕਿਸੇ ਪਾਸੇ ਨਹੀਂ ਭੇਜਿਆ ਜਾਊਗਾ। ਉਹਦੇ ਲਈ ਥੋੜ੍ਹੀ ਜਿਹੀ ਜਿਹੜੀ ਪੋਲੀਟੀਕਲ ਵਿਲ ਹੈ ਉਹ ਜ਼ਰੂਰ ਚਾਹੀਦੀ ਹੈ। ਮੈਂ ਕਦੇ ਵੀ ਪੋਲੀਟਿਕਸ ਬਾਰੇ ਨਾ ਗੱਲ ਕਰਦਾ, ਨਾ ਮੇਰਾ ਕੋਈ ਪੋਲੀਟੀਕਲ ਦਾ ਉੱਧਰਲੇ ਪਾਸੇ ਕੋਈ ਝੁਕਾਅ ਹੈ ਨਾ, ਪਰ ਮੈਂ ਤਾਂ ਸਿਰਫ ਕਾਨੂੰਨ ਬਾਰੇ ਗੱਲ ਕਰਦਾ। ਮੈਂ ਫਿਰ ਇਹ ਗੱਲ ਆਖਰ 'ਚ ਇਹ ਜ਼ਰੂਰ ਕਹਿਣੀ ਚਾਹੂੰਗਾ ਕਿ ਵੀ ਜੇ ਸਰਕਾਰ ਨੂੰ ਇੰਨਾ ਭਰੋਸਾ ਹੈ ਕਿ ਵੀ ਇਹਨਾਂ ਸਟੂਡੈਂਟਸ ਨੇ ਹੇਰਾਫੇਰੀ ਕੀਤੀ ਹੈ, ਫਰਾਡ ਕੀਤਾ, ਤਾਂ ਇਹਨਾਂ ਦੇ ਉੱਪਰ ਫਰਾਡ ਚਾਰਜਿਸ ਲਾਉਣੇ ਚਾਹੀਦੇ ਆ। ਮੈਂ ਤੁਹਾਨੂੰ ਪੂਰੇ ਦਾਅਵੇ ਨਾਲ ਕਹਿ ਸਕਦਾ ਵੀ ਜਿਹੜੇ ਵੀ ਸਟੂਡੈਂਟ ਦੇ ਉੱਪਰ ਫਰਾਡ ਚਾਰਜਿਸ ਲੱਗੇ ਉਹਨੇ ਹਰ ਇੱਕ ਨੇ ਕੋਰਟ ਵਿੱਚ ਬਾਇਜ਼ਤ ਬਰੀ ਹੋ ਜਾਣਾ, ਕਿਉਂਕਿ ਸਰਕਾਰ ਨੇ ਪ੍ਰੂਵ ਹੀ ਨਹੀਂ ਕਰ ਸਕਣਾ ਬਿਯੋਂਡ ਰੀਜ਼ਨੇਬਲ ਡਾਊਟ ਕਿ ਜੀ ਇਹਨਾਂ ਨੇ ਕੋਈ ਗਲਤ ਗੱਲ ਕੀਤੀ ਹੈ।
ਸੋ ਆਪਾਂ ਡਬਲ ਸਟੈਂਡਰਡ ਆਪਾਂ ਇਹਨਾਂ ਨੂੰ ਇਮੀਗ੍ਰੇਸ਼ਨ ਐਕਟ ਦੇ ਅਧੀਨ ਤਾਂ ਪੀਨਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਇਹਨਾਂ ਨੂੰ ਜਿਹੜੀਆਂ ਪ੍ਰੋਟੈਕਸ਼ਨਸ ਹੈ ਅੰਡਰ ਦਾ ਕ੍ਰਿਮੀਨਲ ਕੋਡ ਜਿਹੜੀਆਂ ਮਿਲਦੀਆਂ ਹਰ ਇੱਕ ਸਿਟੀਜ਼ਨ ਨੂੰ ਜਿਹੜੀ ਮਿਲਦੀਆਂ, ਹਾਂਜੀ, ਉਹ ਇਹਨਾਂ ਨੂੰ ਦੇਣ ਦੀ ਲੋੜ ਨਹੀਂ। ਸੋ ਸਰਕਾਰ ਸ਼ਾਰਟਕਟ ਲੈ ਰਹੀ ਹੈ ਪਰ ਬਾਏ ਦਾ ਐਂਡ ਆਫ ਦਾ ਡੇ ਜਿੰਨੇ ਵੀ ਤੁਹਾਡੇ ਇਸ ਵੇਲੇ ਲੱਖਾਂ ਦੀ ਤਾਦਾਦ 'ਚ ਕਸ਼ਮੀਰ ਦੀ ਸਟੂਡੈਂਟ ਸੁਣ ਰਹੇ ਆ, ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦਿਲਾਉਣਾ ਚਾਹੂੰਗਾ, ਦਿਲਾਸਾ ਦਿਵਾਉਣਾ ਚਾਹੂੰਗਾ ਕਿ ਵੀ ਇਹ ਸਿਰਫ ਇੱਕ ਪੋਲੀਟੀਕਲ ਪੈਂਤਰਾ, ਪੋਲੀਟੀਕਲ ਸਰਕਸ ਚੱਲ ਰਹੀ ਹੈ, ਪਰ ਬਾਏ ਦਾ ਐਂਡ ਆਫ ਦਾ ਡੇ ਸਰਕਾਰ ਨੂੰ, ਕੈਨੇਡਾ ਨੂੰ ਇਹਨਾਂ ਦੀ ਲੋੜ ਹੈ ਤੇ ਇਹਨਾਂ ਨੇ ਕਿਤੇ ਨਹੀਂ ਜਾਣਾ। ਇਹਨਾਂ ਨੇ ਕੱਲ੍ਹ ਨੂੰ ਪੱਕੇ ਵੀ ਹੋ ਜਾਣਾ, ਸਿਟੀਜ਼ਨ ਵੀ ਹੋ ਜਾਣਾ, ਇਹਨਾਂ ਨੇ ਕੱਲ੍ਹ ਨੂੰ MLA ਤੇ MP ਬਣਨਾ ਜੀ। ਅਤੇ ਜਿਹੜੀ ਗੱਲ ਤੁਸੀਂ ਗੱਲ ਕੀਤੀ ਸੀ ਉਸ ਚੀਜ਼ ਨੂੰ ਵੀ ਹਾਈਲਾਈਟ ਕਰਨਾ ਜ਼ਰੂਰੀ ਹੈ ਕਿ ਜਿਹੜੇ ਆ ਗਏ ਹੋਏ ਨੇ ਇਹਨਾਂ ਪ੍ਰਤੀ ਡਿਫਰੈਂਟ ਅਪਰੋਚ ਹੋਣੀ ਚਾਹੀਦੀ ਹੈ, ਪਰ ਜਿਹੜਾ ਅਬਿਊਜ਼ ਹੋ ਰਿਹਾ ਸਿਸਟਮ ਦਾ ਉਹਨੂੰ ਠੀਕ ਕਰਨ ਲਈ ਸਰਕਾਰ ਨੂੰ ਕਦਮ ਉਠਾਉਣੇ ਚਾਹੀਦੇ ਨੇ। ਉਹ ਤਾਂ ਦਿਸ ਨਹੀਂ ਰਹੇ ਕਿਤੇ ਇਹ ਕੰਮ ਕਰਦੇ ਕਿ ਜਿਹੜਾ ਇਹ ਪ੍ਰੋਗਰਾਮ ਅਬਿਊਜ਼ ਹੋ ਰਿਹਾ ਸਿਰਫ ਕੁਛ ਲੋਕਾਂ ਦੀ ਕਿਸਮ ਦੀ ਬਲੀ ਦਿੱਤੀ ਜਾ ਰਹੀ ਹੈ ਦੂਜਿਆਂ ਨੂੰ ਡਰਾਉਣ ਵਾਸਤੇ। ਮੈਂ ਕਿਹਾ ਜੀ ਸ਼ਮੀਰ ਜੀ, ਤੁਸੀਂ ਮੰਨੋਗੇ ਨਹੀਂ, ਮੈਂ ਦੇਖ ਕੇ ਹੈਰਾਨ ਹਾਂ ਕਿਉਂਕਿ ਹੁਣ ਮੈਨੂੰ ਮੌਕਾ ਮਿਲਦਾ ਕਿਉਂਕਿ ਸਾਡੇ ਆਫਿਸਿਸ ਥਰੂ ਆਊਟ ਕੈਨੇਡਾ ਸਾਡਾ ਆਫਿਸ ਬਰੈਂਪਟਨ 'ਚ ਹੈ ਜੀ, ਅਤੇ ਈਵਨ ਕਿਸੇ ਦਾ ਨਾਂ ਨਹੀਂ ਮੈਂ ਲੈ ਸਕਦਾ, ਨਾ ਹੀ ਮੈਨੂੰ ਲੈਣਾ ਚਾਹੀਦਾ। ਮੈਂ ਦੇਖ ਕੇ ਹੈਰਾਨ ਹੈ ਕਿ ਵੀ ਲੋਕੀ ਛੋਟਾ ਜਿਹਾ ਪੋਸਟਲ ਐਡਰੈਸ ਲੈ ਕੇ ਕਾਲਜਸ ਚਲਾ ਰਹੇ ਹੈ। ਵੀ ਹੈਵ ਟੂ ਲੁੱਕ ਐਟ ਜੇ ਇਸ ਵੇਲੇ ਪੋਲੀਟੀਸ਼ੀਅਨਸ ਆਪਣਾ ਪ੍ਰੋਗਰਾਮ ਸੁਣ ਰਹੇ ਹੈ, ਉਹਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਵੀ ਤੁਹਾਨੂੰ ਰੂਟ ਪ੍ਰੋਬਲਮ ਨੂੰ ਠੀਕ ਕਰਨ ਦੀ ਲੋੜ ਹੈ, ਨਾ ਕਿ ਇਹ ਸਟੂਡੈਂਟਸ ਜੋ ਵਿਚਾਰੇ 20 25 30 ਲੱਖ ਰੁਪਈਆ ਇੱਥੇ ਖਰਚ ਕੇ ਇੱਥੇ ਆਏ ਆ, ਆਪਣੇ ਮਾਂ ਬਾਪ ਨੂੰ ਕਰਜ਼ਾਈ ਕਰਕੇ ਇੱਥੇ ਆਏ ਆ, ਉਹਨਾਂ ਨੂੰ ਪੀਨਲਾਈਜ਼ ਨਾ ਕਰੋ। ਤੁਸੀਂ ਰੂਟ ਪ੍ਰੋਬਲਮ ਨੂੰ ਪੜ੍ਹੋ। ਜਿਹੜੇ ਐਕਚੁਅਲ ਫਰਾਡਸਟਰ ਹੈ, ਜਿਹੜੇ ਕਿ ਇਹ ਫਰਾਡ ਕਰਨ 'ਚ ਸਹਾਈ ਹੁੰਦੇ ਹੈ, ਜਿਹੜੇ ਇੱਥੇ ਗਲਤ ਕਾਲਜਸ ਚੱਲ ਰਹੇ ਹੈ, ਗਲਤ ਜਿਹੜੇ ਕੰਸਲਟੈਂਟਸ ਹੈ, ਜਾਂ ਜਿਹੜੇ ਇੰਡੀਆ 'ਚ ਸੋ ਕਾਲਡ ਗੋਸਟ ਕੰਸਲਟੈਂਟ ਲੋਕਾਂ ਨੂੰ ਸਲਾਹ ਦੇ ਰਹੇ ਹੈ, ਸੋ ਉਹਨਾਂ ਨੂੰ ਆਪਾਂ ਨੂੰ ਕਾਬੂ ਕਰਨ ਦੀ ਲੋੜ ਹੈ। ਗੱਲ ਤੁਹਾਡੀ ਬੜੀ ਇੰਪੋਰਟੈਂਟ ਹੈ ਜੀ। ਚਲੋ ਮੰਨ ਲਿਆ ਜਿਹੜੇ ਇੰਡੀਆ 'ਚ ਬੈਠੇ ਕੰਸਲਟੈਂਟ ਨੇ ਉਹਨਾਂ ਨੂੰ ਤੁਸੀਂ ਨਹੀਂ ਪਕੜ ਸਕਦੇ, ਜਿਹੜੇ ਇੱਥੇ ਬੈਠੇ ਪ੍ਰਾਈਵੇਟ ਕਾਲਜ ਚਲਾ ਰਹੇ ਨੇ ਉਹਨਾਂ ਨੂੰ ਤਾਂ ਪਕੜ ਸਕਦੇ ਹੋ, ਉਹ ਤਾਂ ਤੁਹਾਡੀ ਛਤਰ ਛਾਇਆ ਹੇਠ ਚੱਲ ਰਹੇ ਨੇ। ਡੈਫੀਨੇਟਲੀ ਚੱਲ ਰਹੇ ਜੀ। ਉਹਨਾਂ ਨੇ ਸਿਰਫ ਛੋਟੀ ਜਿਹੀ ਜਗ੍ਹਾ ਲੈ ਕੇ ਉਹ ਸਰਕਾਰ ਕੋਲੋਂ ਵੀ ਪੈਸੇ ਲੈ ਰਹੇ ਹੈ, ਸਟੂਡੈਂਟਸ ਕੋਲੋਂ ਵੀ ਪੈਸੇ ਅਗਰਾਹੀ ਕਰ ਰਹੇ ਹੈ ਜੀ, ਇੰਡੀਆ 'ਚ ਕੈਸ਼ ਲੈ ਰਹੇ ਹੈ। ਸੋ ਕਈ ਵਾਰ ਮੈਂ ਗੱਲਾਂ ਸੁਣ ਕੇ ਹੈਰਾਨ ਹੁੰਦਾ ਕਿ ਵੀ ਹਾਊ ਕੈਨ ਦਿਸ ਬੀ ਅਲਾਊਡ ਇਨ ਅ ਰੂਲ ਆਫ ਕੰਟਰੀ, ਰੂਲ ਆਫ ਲਾਅ ਲਾਈਕ ਕੰਟਰੀ ਲਾਈਕ ਕੈਨੇਡਾ ਜੀ। ਸਾਰਾ ਕੁਝ ਸਰਕਾਰ ਦੀ ਨਜ਼ਰ ਹੇਠ ਹੋ ਰਿਹਾ। ਇਹਨਾਂ ਸਟੂਡੈਂਟ ਨੂੰ ਦਬ ਕੇ ਮਾਰਨਾ ਮੇਰੇ ਹਿਸਾਬ ਨਾਲ ਬੰਦ ਕਰਨਾ ਚਾਹੀਦਾ ਜੀ। ਬਹੁਤ ਹੋ ਗਿਆ ਡਰਾਮਾ, ਬਹੁਤ ਹੋ ਗਿਆ। ਲੈਟਸ ਨਾਟ ਪੀਨਲਾਈਜ਼ ਦੈਮ। ਬੱਚੇ ਹੈ ਯਾਰ, ਕੋਈ ਮਾੜੀ ਮੋਟੀ ਜੇ ਗਲਤੀ ਹੋ ਵੀ ਗਈ ਤਾਂ ਆਪਾਂ ਨੂੰ ਇਗਨੋਰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਆਪਣਾ ਫਿਊਚਰ ਹੈ। ਤੁਸੀਂ ਝਾਤੀ ਮਾਰ ਕੇ ਦੇਖਿਓ, ਤੁਸੀਂ 2 ਸਾਲਾਂ ਨੂੰ ਦੇਖਿਓ, ਇਹ ਸਾਰਾ ਜਿਹੜਾ ਕਾਰੋਬਾਰ ਹੈ ਇਹਨਾਂ ਨੇ ਸੰਭਾਲ ਲੈਣਾ, ਕਿਉਂਕਿ ਆਪਣੀ ਜਿਹੜੀ ਪਾਪੂਲੇਸ਼ਨ ਹੈ ਬਹੁਤ ਡਿਕਲਾਈਨ ਹੋ ਰਹੀ ਹੈ। ਕੈਨੇਡੀਅਨ ਪਾਪੂਲੇਸ਼ਨ ਜਿਨ੍ਹਾਂ ਨੇ ਕੈਨੇਡਾ ਬਿਲਡ ਕੀਤਾ, ਹੁਣ ਇਹਨਾਂ ਨੇ ਅੱਗੇ ਆਪਣਾ ਸਾਰਾ ਕਾਰੋਬਾਰ ਸਾਹਮਣਾ। ਸੋ ਲੈਟਸ ਟ੍ਰੀਟ ਦੈਮ ਵਿਦ ਫੇਅਰਲੀ। ਜੋ ਹੋ ਗਿਆ ਸੋ ਹੋ ਗਿਆ। ਪੋਲੀਟੀਕਲ ਵਿਲ ਚਾਹੀਦੀ ਹੈ, ਇਹਨਾਂ ਨੂੰ ਐਮਨੈਸਟੀ ਦੇਣੀ ਚਾਹੀਦੀ ਹੈ, ਤਾਂ ਕਿ ਇਹਨਾਂ ਨੇ ਜਿਹੜਾ ਪਿਛਲੇ 4 ਸਾਲ 'ਚ ਕੈਨੇਡਾ ਲਈ ਕੁਰਬਾਨੀਆਂ ਦਿੱਤੀਆਂ, ਉਹਦਾ ਇਹਨਾਂ ਦੀ ਆਪਾਂ ਨੂੰ ਟੇਕ ਕੇਅਰ ਕਰਨੀ ਚਾਹੀਦੀ ਹੈ, ਨਾ ਕਿ ਇਹਨਾਂ ਨੂੰ ਇਸ ਤਰੀਕੇ ਨਾਲ ਟਰੀਟ ਕਰੋ ਤਾਂ ਕਿ ਇਹ ਮਾਨਸਿਕ ਤੌਰ 'ਤੇ ਇਹਨਾਂ ਨੂੰ ਪਰੇਸ਼ਾਨੀਆਂ ਰਹਿਣੀਆਂ ਸ਼ੁਰੂ ਹੋ ਜਾਣ ਅਤੇ ਲੋਕ ਸੁਸਾਈਡ ਕਮਿਟ ਕਰਨਾ ਸ਼ੁਰੂ ਕਰ ਦੇਣ। ਬਹੁਤ ਸ਼ੁਕਰੀਆ ਜੀ। ਥੈਂਕ ਯੂ ਬ੍ਰਿਜਮੋਹਨ ਜੀ। ਥੈਂਕ ਯੂ।